ਸਭ ਦਾ ਸਵਾਗਤ ਕਰਦਾ ਹੈ ਜੀ ਜੈਮ ਸਟੱਡੀ ਚੈਨਲ। ਅੱਜ ਆਪਾਂ ਮਾਸਟਰ ਕੇਡਰਸ ਵਿਕਸ ਨਾਲ ਸੰਬੰਧਿਤ ਨੈਕਸਟ ਜਿਹੜਾ ਕਨਸੈਪਟ ਲੈ ਕੇ ਆਏ ਆ ਉਹ ਹੈ ਜੀ ਸਰਵਉੱਚ ਅਦਾਲਤ, ਜਿਸ ਨੂੰ ਆਪਾਂ ਸੁਪਰੀਮ ਕੋਰਟ ਕਹਿੰਦੇ ਆ। ਇਸ ਤੋਂ ਜਿਹੜੇ ਪਹਿਲਾਂ ਵਾਲੇ 3 ਲੈਕਚਰ ਨੇ ਉਹਨਾਂ ਦੇ ਪਲੇਲਿਸਟ ਬਣ ਚੁੱਕੀ ਹੈ ਤੇ ਲਿੰਕ ਤੁਹਾਨੂੰ ਮਿਲ ਜਾਵੇਗਾ ਡਿਸਕ੍ਰਿਪਸ਼ਨ ਵਿੱਚੋਂ। ਹਾਂਜੀ, ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਕਿ ਕੋਈ ਵੀ ਸੰਸਥਾ ਹੋਵੇ ਉਹ ਇੱਕ ਦਿਨ ਵਿੱਚ ਹੀ ਜਿਹੜੀ ਉਹਦੀ ਸਥਾਪਨਾ ਨਹੀਂ ਹੋ ਜਾਂਦੀ, ਉੱਤੇ ਪਿੱਛੇ ਕੋਈ ਨਾ ਕੋਈ ਇਤਿਹਾਸ ਜਾਂ ਪਿਛੋਕੜ ਆਪਾਂ ਕਹਿ ਲਈਏ ਜ਼ਰੂਰ ਹੁੰਦਾ। ਤਾਂ ਉਸੇ ਤਰ੍ਹਾਂ ਹੀ ਜੋ ਸਰਵਉੱਚ ਅਦਾਲਤ ਹੈ ਸਾਡੀ ਸੁਪਰੀਮ ਕੋਰਟ, ਉਸ ਦਾ ਵੀ ਇੱਕ ਇਤਿਹਾਸਿਕ ਪਿਛੋਕੜ ਹੈ, ਜਿਸ ਦੇ ਬਾਰੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਹਾਂਜੀ, ਜੋ ਇਸ ਦੀ ਸਥਾਪਨਾ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈ, ਉਹ ਹੁੰਦੀ ਹੈ ਜੀ 1773 ਦੇ ਰੈਗੂਲੇਟਿੰਗ ਐਕਟ ਦੇ ਦੁਆਰਾ, ਜਿਸ ਦੇ ਅਧੀਨ ਸੁਪਰੀਮ ਕੋਰਟ ਆਫ ਜੁਡੀਕੇਟਰ ਦੀ ਜਿਹੜੀ ਸਥਾਪਨਾ ਕੀਤੀ ਗਈ ਕਲਕੱਤਾ ਦੇ ਵਿੱਚ, ਜਿਸ ਨੇ ਕੰਮ ਕੀਤਾ ਬੰਗਾਲ, ਬਿਹਾਰ, ਉੜੀਸਾ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਦਾ ਹੌਲੀ ਹੌਲੀ ਵਿਕਾਸ ਹੁੰਦਾ ਗਿਆ ਅਤੇ ਜਿਸ ਦੇ ਦੁਆਰਾ ਸੁਪਰੀਮ ਕੋਰਟ ਆਫ, ਜਿਸ ਦੇ ਅਧੀਨ ਉਸ ਤੋਂ ਬਾਅਦ ਆ ਜਿਹੜਾ ਸੁਪਰੀਮ ਕੋਰਟ ਆਫ ਮਦਰਾਸ 1800 ਦੇ ਵਿੱਚ ਸਥਾਪਨਾ ਕੀਤੀ ਗਈ ਅਤੇ ਸੁਪਰੀਮ ਕੋਰਟ ਆਫ ਬੰਬੇ ਦੀ 1823 ਦੇ ਵਿੱਚ ਕੀਤੀ। ਕਿਸ ਨੇ ਸੀ ਜੀ? ਕਿੰਗ ਜਾਰਜ III ਨੇ। ਫਿਰ ਇਸ ਦੇ ਨਾਲ ਹੀ ਸੰਬੰਧਿਤ ਇੱਕ ਐਕਟ ਆਇਆ, ਇੰਡੀਆ ਹਾਈ ਕੋਰਟ ਐਕਟ, ਜੋ ਕਿ 1861 ਦੇ ਵਿੱਚ ਆਇਆ। ਜੋ ਇਸ ਦਾ ਜ਼ਿਆਦਾ ਵਿਕਾਸ ਹੋਇਆ ਜੀ ਉਹ ਹੈ 1935 ਦੇ ਵਿੱਚ। ਭਾਰਤ ਸ਼ਾਸਨ ਅਧਿਨਿਯਮ ਸੀਗਾ ਜਿਹੜਾ ਉਸ ਦੇ ਅਧੀਨ, ਜਿਸ ਨੂੰ ਇੰਗਲਿਸ਼ ਵਿੱਚ GOI ਐਕਟ ਵੀ ਕਿਹਾ ਜਾਂਦਾ, ਅਤੇ ਜਿਸ ਦੇ ਅਧੀਨ 1 ਅਕਤੂਬਰ 1937 ਨੂੰ ਫੈਡਰਲ ਕੋਰਟ ਆਫ ਇੰਡੀਆ ਦੀ ਸਥਾਪਨਾ ਕੀਤੀ ਗਈ, ਜਿਸ ਦੇ ਮੁੱਖ ਨਿਆਂਧੀਸ਼ ਸੀ ਜੀ ਮੋਰਸ਼ ਗੋਅਰ, ਭਾਵ ਕਿ ਮੁੱਖ ਜੱਜ ਸੀ। ਅਤੇ ਇਸ ਦੇ ਕੁੱਲ 4 ਨਿਆਂਧੀਸ਼ ਰਹੇ ਨੇ ਅਤੇ ਆਖਰੀ ਰਹੇ ਨੇ ਜੀ ਆਖਰੀ ਰਹੇ ਜੋ ਨਿਆਂਧੀਸ਼ ਉਹ ਸੀ ਜੀ ਹਰੀ ਲਾਲ ਜੇ ਕਾਨੀਆ, ਜੋ ਕਿ ਭਾਰਤ ਦੀ ਜੋ ਸੁਪਰੀਮ ਕੋਰਟ ਉਹਦੇ ਪਹਿਲੇ ਮੁੱਖ ਨਿਆਂਧੀਸ਼ ਵੀ ਰਹੇ ਨੇ, ਹਰੀ ਲਾਲ ਜੇ ਕਾਨੀਆ। ਉਸ ਤੋਂ ਬਾਅਦ ਆਪਾਂ ਨੂੰ ਪਤਾ ਹੀ ਹੈ ਕਿ 15 ਅਗਸਤ 1947 ਨੂੰ ਜਿਵੇਂ ਭਾਰਤ ਆਜ਼ਾਦ ਹੋਇਆ, ਤਾਂ 26 ਜਨਵਰੀ 1950 ਨੂੰ ਜੋ ਸਾਡਾ ਸੰਵਿਧਾਨ ਆ ਉਸ ਨੂੰ ਲਾਗੂ ਕੀਤਾ ਗਿਆ। ਅਤੇ ਐਕਚੁਅਲ ਵਿੱਚ ਜੋ ਇਸ ਦੀ ਸ਼ੁਰੂਆਤ ਹੋਈ ਸੁਪਰੀਮ ਕੋਰਟ ਦੀ, ਜੋ ਇਸ ਦੀ ਪਹਿਲੀ ਸਿਟਿੰਗ ਸੀਗੀ ਉਹ ਹੋਈ ਸੀ ਜੀ 28 ਜਨਵਰੀ 1950 ਨੂੰ। ਜੇਕਰ ਆਪਾਂ ਇਸ ਦੀ ਰਚਨਾ ਦੀ ਗੱਲ ਕਰੀਏ ਤਾਂ ਇਸ ਦਾ ਜਿਹੜਾ ਸੁਪਰੀਮ ਕੋਰਟ ਹੋਵੇਗੀ ਭਾਰਤ ਵਿੱਚ, ਇਸ ਦਾ ਵਰਣਨ ਕੀਤਾ ਗਿਆ ਜੀ 124 ਅਨੁਛੇਦ ਦੇ ਵਿੱਚ। ਅਤੇ ਜਿਹੜੇ ਇਹਦੇ ਜੱਜਾਂ ਦੀ ਗਿਣਤੀ ਵਧਾਈ ਘਟਾਈ ਜਾ ਸਕਦੀ ਹੈ, ਉਸ ਦੇ ਬਾਰੇ ਜਿਹੜੀ ਗੱਲ ਕਹੀ ਗਈ ਹੈ 1957 ਦੇ ਕਾਨੂੰਨ ਦੇ ਅਨੁਸਾਰ ਆ ਜਿਹੜੀ ਇਹਦੀ ਗਿਣਤੀ ਆ ਜਿਹੜੀ ਜੱਜਾਂ ਦੀ ਵਧਾਈ ਜਾ ਸਕਦੀ ਹੈ, ਉਹ ਕਾਨੂੰਨ ਹੈ ਜੀ 1957 ਦਾ। ਅਤੇ ਜਦੋਂ ਸੁਪਰੀਮ ਕੋਰਟ ਦੀ ਆਪਾਂ ਕਹੀਏ ਸਥਾਪਨਾ ਹੋਈ ਸੀ 1950 ਦੇ ਵਿੱਚ, ਤਾਂ ਉਸ ਸਮੇਂ ਇਸ ਦੇ 8 ਜਿਹੜੇ ਜੱਜ ਸੀ, ਇੱਕ ਮੁੱਖ ਜੱਜ ਸੀ ਅਤੇ 7 ਹੋਰ ਜੱਜ ਸੀ। ਅਤੇ ਫਿਰ ਹੌਲੀ ਹੌਲੀ ਇਹਨਾਂ ਦੀ ਗਿਣਤੀ ਦੇ ਵਿੱਚ ਸਮੇਂ ਦੇ ਨਾਲ ਵਾਧਾ ਹੁੰਦਾ ਗਿਆ। 1960 ਵਿੱਚ ਇਹ ਗਿਣਤੀ 10 ਤੋਂ 13 ਹੋ ਗਈ, 77 ਵਿੱਚ 13 ਤੋਂ 17 ਹੋ ਗਈ, ਫਿਰ 1986 ਦੇ ਵਿੱਚ 26 ਤੱਕ ਜਾਵੜੀ, ਜਿਹਦੇ ਵਿੱਚ 25 ਜਿਹੜੇ ਹੋਰ ਜੱਜ ਸੀ ਅਤੇ ਇੱਕ ਮੁੱਖ ਜੱਜ ਸੀ। ਜੇਕਰ ਆਪਾਂ ਗੱਲ ਕਰੀਏ ਵਰਤਮਾਨ ਸਮੇਂ ਦੀ, ਅਤੇ ਵਰਤਮਾਨ ਸਮੇਂ ਜਿਹੜੀ ਗਿਣਤੀ ਹੈ 34 ਹੈ ਕੁੱਲ ਜੱਜ ਇਸ ਦੇ ਵਿੱਚ, ਜਿਸ ਦੇ ਵਿੱਚੋਂ 33 ਹੈ ਜਿਹੜੇ ਹੋਰ ਜੱਜ ਨੇ ਅਤੇ ਇੱਕ ਆ ਜਿਹੜਾ ਮੁੱਖ ਜੱਜ ਹੈ। ਅਤੇ ਇਹ ਗਿਣਤੀ ਜਿਹੜੀ 34 ਤੱਕ ਆਈ ਉਹ ਵਧਾਈ ਗਈ ਸੀ ਜੀ ਮਈ 2019 ਦੇ ਵਿੱਚ। ਇਸ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਗਿਆ ਸੀ। ਉਸ ਗਿਣਤੀ ਦੇ ਮੁਤਾਬਕ ਹੀ ਅੱਜ ਜਿਹੜੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਉਹ 34 ਜੱਜ ਸਾਡੀ ਸੁਪਰੀਮ ਕੋਰਟ ਦੇ ਵਿੱਚ ਆ। ਇਸ ਤੋਂ ਇਲਾਵਾ ਏਕੀਕ੍ਰਿਤ ਨਿਆਂਪਾਲਿਕਾ, ਅਤੇ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਯੂਨੀਫਾਈਡ ਜੁਡੀਸ਼ਰੀ ਵੀ ਕਹਿ ਦਿੰਦੇ ਹਾਂ, ਅਤੇ ਜਿਹੜੀ ਜੱਜਾਂ ਦੀ ਨਿਯੁਕਤੀ ਉਹ ਕੀਤੀ ਜਾਂਦੀ ਹੈ ਜੀ ਕਲੂਜੀਅਮ ਸਿਸਟਮ ਦੇ ਅਧੀਨ। ਜੇਕਰ ਆਪਾਂ ਯੋਗਤਾਵਾਂ ਦੀ ਗੱਲ ਕਰੀਏ ਤਾਂ ਪਹਿਲੀ ਗੱਲ ਹੈ ਕਿ ਉਹ ਭਾਰਤ ਦਾ ਨਾਗਰਿਕ ਹੋਵੇ, ਗੈਰ ਭਾਰਤੀ ਨਾ ਹੋਵੇ। ਸੈਕਿੰਡ ਹੈ ਜੇ ਉਹ 5 ਸਾਲ ਕਿਸੇ ਵੀ ਉੱਚ ਅਦਾਲਤ ਦਾ ਜੱਜ ਰਿਹਾ ਹੋਵੇ। ਥਰਡ ਯੋਗਤਾ ਜੀ 10 ਸਾਲ ਉਹਨੇ ਕਿਸੇ ਵਕਾਲਤ ਕੀਤੀ ਹੋਵੇ ਕਿਸੇ ਵੀ ਉੱਚ ਅਦਾਲਤ 'ਚ। ਅਤੇ ਚੌਥਾ ਜੀ ਰਾਸ਼ਟਰਪਤੀ ਸਾਹਮਣੇ ਉਹ ਇੱਕ ਉੱਘਾ ਕਾਨੂੰਨਦਾਨ ਵੀ ਹੋਵੇ। ਨੈਕਸਟ ਹੈ ਜੀ ਕਾਰਜਕਾਲ ਦੀ। ਜੇਕਰ ਆਪਾਂ ਗੱਲ ਕਰੀਏ ਤਾਂ ਉਸ ਦਾ ਕਾਰਜਕਾਲ ਹੁੰਦਾ ਜੀ ਜੋ ਜੱਜ ਹੈ ਇਸ ਦੇ 65 ਸਾਲ ਤੱਕ। ਪਰ 15ਵੀਂ ਸੋਧ ਦੇ ਅਨੁਸਾਰ ਜਿਹੜਾ ਰਾਸ਼ਟਰਪਤੀ ਦਾ ਫੈਸਲਾ ਅੰਤਮ ਮੰਨਿਆ ਜਾਵੇਗਾ ਜੇਕਰ ਕਿਸੇ ਤਰ੍ਹਾਂ ਉਸ 'ਤੇ ਅਯੋਗਤਾ ਜਾਂ ਕੋਈ ਦੋਸ਼ ਲੱਗ ਜਾਂਦਾ। ਯੋਗਤਾ ਭਾਵ ਕਿ ਜੋ ਉਸ ਦੀਆਂ ਯੋਗਤਾਵਾਂ ਉਹਨਾਂ ਨੂੰ ਕਿਸੇ ਵੀ ਇੱਕ ਨੂੰ ਪੂਰੀ ਨਹੀਂ ਕਰਦਾ, ਤਾਂ ਉਸ ਨੂੰ ਰਿਟਾਇਰ ਹੋਣ ਤੋਂ ਪਹਿਲਾਂ ਹੀ ਆਪਣਾ ਤਿਆਗ ਪੱਤਰ ਦੇਣਾ ਪਵੇਗਾ, ਜਾਂ ਫਿਰ ਉਸ 'ਤੇ ਕਿਸੇ ਤਰ੍ਹਾਂ ਦਾ ਕੋਈ ਦੋਸ਼ ਲੱਗ ਜਾਂਦਾ। ਪਰ ਉਹਦੇ ਲਈ ਦੋਸ਼ ਨੂੰ ਅਯੋਗਤਾ ਜਿਹੜੀ ਆਪਾਂ ਕਹੀਏ ਪ੍ਰੂਵ ਕਰਨ ਦੇ ਲਈ ਤਾਂ
2/3 ਬਹੁਮਤ ਸੰਸਦ ਦੇ ਦੋਨਾਂ ਸਦਨਾਂ ਤੇ ਹਾਜ਼ਰ ਤੇ ਵੋਟ ਦੇਣ ਵਾਲੇ ਮੈਂਬਰਾਂ ਦਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਜੋ ਇਹਨਾਂ ਦੇ ਤਨਖਾਹ ਤੇ ਭੱਤੇ ਨੇ ਜੀ, ਉਹਨਾਂ ਬਾਰੇ ਜੇ ਗੱਲ ਕਰੀਏ ਆਪਾਂ ਤਾਂ 2,80,000 ਰੁਪਏ ਆ ਜਿਹੜਾ ਪ੍ਰਤੀ ਮਹੀਨਾ, ਇਹ ਯਾਦ ਰੱਖਿਓ ਕਿ ਪ੍ਰਤੀ ਮਹੀਨਾ 2,80,000 ਮੁੱਖ ਜੱਜ ਨੂੰ ਦਿੱਤਾ ਜਾਂਦਾ ਤੇ ਦੂਜੇ ਜੱਜਾਂ ਨੂੰ 2,50,000 ਜਿਹੜਾ ਪ੍ਰਤੀ ਮਹੀਨਾ ਮਿਲਦਾ, ਮਤਲਬ 2.5 ਲੱਖ ਰੁਪਈਆ ਮਿਲਦਾ। ਇਸ ਤੋਂ ਇਲਾਵਾ ਉਹਨਾਂ ਨੂੰ ਮੁਫਤ ਨਿਵਾਸ ਸਥਾਨ, ਜਿਹੜੀ ਉਹਨਾਂ ਦੀ ਯਾਤਰਾ ਉਹ ਵੀ ਮੁਫਤ, ਤੇ ਜਿਹੜੇ ਫੰਡ ਵਗੈਰਾ ਇਹ ਜਮ੍ਹਾਂ ਕਰਾਉਂਦੇ ਨੇ। ਜੇਕਰ ਰਿਟਾਇਰ ਹੋਣ ਤੋਂ ਬਾਅਦ ਉਹਨੇ ਕਿਸੇ ਅਦਾਲਤ ਦੇ ਵਿੱਚ ਕੰਮ ਕਰਨ ਲੱਗਣਾ ਤਾਂ ਉਹ ਕਿਸੇ ਵੀ ਅਦਾਲਤ ਵਿੱਚ ਕੰਮ ਨਹੀਂ ਕਰ ਸਕਦਾ। ਵਕਾਲਤਾ ਜਿਹੜਾ ਸੁਪਰੀਮ ਕੋਰਟ ਦਾ ਜੱਜ ਨਹੀਂ ਕਰ ਸਕਦਾ। ਪਰ ਜੇਕਰ ਰਾਸ਼ਟਰਪਤੀ ਨੂੰ ਕੋਈ ਕੰਮ ਹੈ ਜ਼ਰੂਰੀ ਹੈ ਨਾ, ਤਾਂ ਉਸ ਨੂੰ ਉਹ ਕੰਮ ਸੌਂਪ ਜ਼ਰੂਰ ਸਕਦਾ। ਰਾਸ਼ਟਰਪਤੀ ਵੀ ਇਹ ਕੰਮ ਆ ਜਿਹੜਾ ਕਰ ਸਕਦਾ, ਸੁਪਰੀਮ ਕੋਰਟ ਦਾ ਜੱਜ ਜੋ ਰਿਟਾਇਰ ਹੋ ਚੁੱਕਾ। ਅਦਰਵਾਈਜ਼ ਉਹ ਕਿਸੇ ਵੀ ਕੋਰਟ ਦੇ ਵਿੱਚ, ਆਪਾਂ ਕਹੀਏ ਕਿਸੇ ਵੀ ਅਦਾਲਤ 'ਚ ਜਾ ਕੇ ਵਕਾਲਤ ਨਹੀਂ ਸਕਦਾ ਆਫਟਰ ਰਿਟਾਇਰਮੈਂਟ। ਇਸ ਤੋਂ ਇਲਾਵਾ ਜੇਕਰ ਆਪਾਂ ਸਹੁੰ ਦੀ ਗੱਲ ਕਰੀਏ ਤਾਂ ਜੋ ਰਾਸ਼ਟਰਪਤੀ ਹੈ ਉਸ ਦੇ ਸਾਹਮਣੇ ਹੀ ਜਿਹੜਾ ਸੁਪਰੀਮ ਕੋਰਟ ਦੇ ਜੱਜ ਹੋਣਗੇ ਉਹ ਸਹੁੰ ਚੁੱਕਣਗੇ। ਅਤੇ ਬਟ ਜੇਕਰ ਰਾਸ਼ਟਰਪਤੀ ਇਹ ਹੋ ਸਕਦਾ ਵੀ ਕਿਸੇ ਆਪਣੇ ਵੱਲੋਂ ਕਿਸੇ ਅਧਿਕਾਰੀ ਨੂੰ ਨਿਯੁਕਤ ਕਰ ਸਕਦਾ ਸਹੁੰ ਚੁਕਾਉਣ ਲਈ ਆਪਣੀ ਗੈਰ ਹਾਜ਼ਰੀ ਦੇ ਵਿੱਚ। ਇਸ ਦੇ ਨਾਲ ਹੀ ਜੋ ਆਪਣੀ ਅੱਜ ਦੀ ਕਲਾਸ ਹੈ ਉਹ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਬਾਕੀ ਜਾਣਕਾਰੀ ਹੈ ਜੋ ਇਸ ਦੇ ਨਾਲ ਸੰਬੰਧਿਤ ਉਹ ਨੈਕਸਟ ਕਲਾਸ ਦੇ ਵਿੱਚ ਦੇਵਾਂਗੇ ਜੀ। ਜੇਕਰ ਤੁਹਾਨੂੰ ਇਸ ਚੈਨਲ ਦੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਆਪਣੇ ਫਰੈਂਡਸ ਦੇ ਨਾਲ, ਰਿਲੇਟਿਵਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਜਿਹੜੀ ਮੋਟੀਵੇਸ਼ਨ ਮਿਲ ਸਕੇ ਅਤੇ ਅਸੀਂ ਵਧੀਆ ਤੋਂ ਵਧੀਆ ਜਿਹੜਾ ਕੰਮ ਕਰਨ ਦੇ ਵਿੱਚ ਟਰਾਈ ਕਰੀਏ।